ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਅੱਜ ਆਪਾਂ ਨਵਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ, ਨਵਾਂ ਟੌਪਿਕ ਸ਼ੁਰੂ ਕਰਨ ਲੱਗੇ ਹਾਂ ਜੀ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਨ ਨੈਸ਼ਨਲ ਪੋਲਿਸੀ ਔਨ ਐਜੂਕੇਸ਼ਨ 2020। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਨ ਨਿਊ ਨੈਸ਼ਨਲ ਪੋਲਿਸੀ ਔਨ ਐਜੂਕੇਸ਼ਨ 2020। ਜਿਹੜੀ ਆਪਣੀ ਨਿਊ ਨੈਸ਼ਨਲ ਪੋਲਿਸੀ ਬਣੀ ਹੈ ਐਜੂਕੇਸ਼ਨ ਤੇ 2020 ਵਾਲੀ, ਉਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬਾਰੇ ਕੀ ਕਿਹਾ ਗਿਆ ਹੈ, ਕੀ ਗੱਲਬਾਤ ਹੋਈ ਹੈ, ਉਹਦੇ ਬਾਰੇ ਅੱਜ ਆਪਾਂ ਜਾਣਾਂਗੇ। ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਠੀਕ ਹੈ, ਕਿਹਦੇ ਵਿੱਚ? ਇਨ ਨਿਊ ਨੈਸ਼ਨਲ ਪੋਲਿਸੀ ਔਨ ਐਜੂਕੇਸ਼ਨ 2020। ਸਾਰੇ ਸਟੂਡੈਂਟਸ ਨੇ ਬਹੁਤ ਹੀ ਧਿਆਨ ਨਾਲ ਲੈਕਚਰ ਲਗਾਉਣਾ ਹੈ। ਇਹ ਚੀਜ਼ ਨੂੰ ਆਪਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ। ਇਹ ਸਬਜੈਕਟ ਆਈ ਥਿੰਕ ਤੁਹਾਨੂੰ 15 ਨੰਬਰ ਦਾ ਹੈ, ਠੀਕ ਹੈ। ਤਾਂ ਮੈਨੂੰ ਲੱਗਦਾ ਕਿ ਜ਼ਿਆਦਾਤਰ ਕੁਐਸਚਨ ਆਹ ਜਿਹੜੀ ਨਿਊ ਨੈਸ਼ਨਲ ਪੋਲਿਸੀ ਐਜੂਕੇਸ਼ਨ ਦੇ ਉੱਪਰ ਹੈ, ਇਹਦੇ ਵਿੱਚੋਂ ਹੀ ਆ ਜੂਗੀ, ਠੀਕ ਹੈ। ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਨਾਲ 3-4 ਲੈਕਚਰਸ ਦੇ ਵਿੱਚ ਇਹਨੂੰ ਟੀਚ ਕਰਾਂ, ਠੀਕ ਹੈ, ਤਾਂ ਕਿ ਆਪਣਾ ਕੋਈ ਵੀ ਪਹਿਲੂ ਨਾ ਛੁੱਟੇ, ਸਾਰਾ ਆਪਾਂ ਬਹੁਤ ਹੀ ਧਿਆਨ ਨਾਲ ਕਰ ਸਕੀਏ। ਕਰੀਏ ਜੀ ਅੱਜ ਦਾ ਲੈਕਚਰ ਸਟਾਰਟ। ਚਲੋ ਜੀ, ਆਰਾਮ ਨਾਲ ਸਮਝਦੇ ਜਾਣਾ, ਬਿਲਕੁਲ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਡੇ ਲਈ ਲੈ ਕੇ ਆਨੀ ਆ। ਅਗਰ ਕੁਝ ਟਾਈਪਿੰਗ ਐਰਰ ਹੁੰਦਾ ਹੈ ਤਾਂ ਖੁਦ ਮੈਂ ਬੋਲ ਵੀ ਰਹੀ ਹੁੰਨੀ ਆ, ਉਹਨੂੰ ਲਿਖ ਲਿਆ ਕਰੋ ਸਟੂਡੈਂਟਸ, ਠੀਕ ਹੈ। ਮੈਂ ਬੋਲ ਵੀ ਰਹੀ ਹੁੰਨੀ ਆ, ਉਹਨੂੰ ਲਿਖ ਲਿਆ ਕਰੋ ਨਾਲ, ਠੀਕ ਹੈ। ਦੇਖੋ ਜੀ, ਆਪਾਂ ਕਿਸ ਬਾਰੇ ਗੱਲ ਕਰਾਂਗੇ ਅੱਜ? ਜਿਹੜੀ ਆਪਣੀ ਨਿਊ ਐਜੂਕੇਸ਼ਨ ਪੋਲਿਸੀ ਬਣੀ ਹੈ, ਕਦੋਂ ਬਣੀ ਸੀਗੀ? ਹੁਣੀ ਦੀ ਗੱਲ ਹੈ, 2020 ਦੀ ਗੱਲ ਹੈ, ਠੀਕ ਹੈ ਜੀ। ਨਿਊ ਐਜੂਕੇਸ਼ਨ ਪੋਲਿਸੀ, ਉਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਕੀ ਗੱਲ ਹੋਈ ਹੈ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਦੇਖੋ, ਇਹ ਲਗਭਗ 34 ਸਾਲਾਂ ਬਾਅਦ ਹੈ ਜਦੋਂ ਕੇਂਦਰ ਸਰਕਾਰ ਨੇ ਮੋਸਟ ਇੰਪੋਰਟੈਂਟ ਡੇਟ 29 ਜੁਲਾਈ 2020 ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਮਨਜ਼ੂਰੀ ਦਿੱਤੀ, ਠੀਕ ਹੈ। ਕਿੰਨੇ ਸਾਲਾਂ ਬਾਅਦ ਦਿੱਤੀ? 34 ਸਾਲਾਂ ਬਾਅਦ ਕੇਂਦਰ ਸਰਕਾਰ ਨੇ ਕਿੰਨੀ ਜੁਲਾਈ ਨੂੰ? 29 ਜੁਲਾਈ 2020 ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਕੀ ਦਿੱਤੀ? ਮਨਜ਼ੂਰੀ ਦਿੱਤੀ। ਇਸ ਦਸਤਾਵੇਜ਼ ਵਿੱਚ ਸਮੁੱਚੀ ਸਿੱਖਿਆ ਪ੍ਰਣਾਲੀ ਉੱਤੇ ਟਿੱਪਣੀਆਂ ਹਨ। ਜਿਹੜੀ ਇਹ ਹੁਣ ਦਸਤਾਵੇਜ਼ ਹੈ, ਇਹ ਡਾਕੂਮੈਂਟ ਹੈ, ਇਹਦੇ ਵਿੱਚ ਸਮੁੱਚੀ ਸਿੱਖਿਆ ਪ੍ਰਣਾਲੀ ਉੱਤੇ ਕੀ ਕੀਤੀਆਂ ਹੋਈਆਂ? ਟਿੱਪਣੀਆਂ ਕੀਤੀਆਂ ਹੋਈਆਂ। ਮਤਲਬ ਕਿੱਥੇ ਇੰਪਰੂਵਮੈਂਟ ਦੀ ਲੋੜ ਹੈ, ਕਿੱਥੇ ਕੀ ਕਰਨ ਦੀ ਲੋੜ ਹੈ, ਉਹਦੇ ਬਾਰੇ ਦੱਸਿਆ ਗਿਆ ਹੈ। ਅਤੇ ਇਸ ਦੀਆਂ ਵੱਖ-ਵੱਖ ਸਿਫਾਰਸ਼ਾਂ ਉੱਤੇ ਭਾਰੀ ਬਹਿਸ ਹੋ ਰਹੀ ਹੈ। ਜਿਹੜੀ ਇਹਦੀ ਵੱਖ-ਵੱਖ ਸਿਫਾਰਸ਼ਾਂ ਨੇ, ਮਤਲਬ ਜੋ ਨੇ ਸਿਫਾਰਸ਼ਾਂ ਕੀਤੀਆਂ, ਰਿਕਮੈਂਡੇਸ਼ਨਸ ਦਿੱਤੀਆਂ ਨੇ, ਉਸ 'ਤੇ ਬਹਿਸ ਹੋ ਰਹੀ ਹੈ, ਠੀਕ ਹੈ। ਕੁਛ ਇਸ ਨੂੰ ਇੱਕ ਕ੍ਰਾਂਤੀਕਾਰੀ ਨੀਤੀ ਮੰਨਦੇ ਹਨ, ਠੀਕ ਹੈ। ਜਿਹੜੇ ਕੁਝ ਲੋਕ ਹੈ ਉਹ ਇਹਨੂੰ ਕ੍ਰਾਂਤੀਕਾਰੀ ਨੀਤੀ ਮੰਨਦੇ ਹਨ, ਜਦੋਂ ਕਿ ਦੂਸਰੇ ਇਸ ਨੂੰ ਬੱਚਿਆਂ ਦੀ ਸਿੱਖਿਆ ਦੇ ਬੁਨਿਆਦੀ ਅਧਿਕਾਰ ਨੂੰ ਕਮਜ਼ੋਰ ਕਰਨ ਵੱਲ ਇੱਕ ਕਦਮ ਵਜੋਂ ਵੇਖਦੇ ਹਨ। ਇੱਕ ਤਾਂ ਇਹਨੂੰ ਜੀ ਕ੍ਰਾਂਤੀਕਾਰੀ ਮੰਨਦੇ ਹੈ, ਜਿਹੜੇ ਦੂਜੇ ਲੋਕ ਹੈ ਉਹ ਕੀ ਮੰਨਦੇ ਹੈ? ਉਹ ਬੱਚਿਆਂ ਦੇ ਸਿੱਖਿਆ ਦੇ ਬੁਨਿਆਦੀ ਅਧਿਕਾਰ ਨੂੰ ਕਮਜ਼ੋਰ ਕਰਨ ਵੱਲ ਇੱਕ ਕਦਮ ਵਜੋਂ ਦੇਖਦੇ ਹੈ ਕਿ ਬੱਚਿਆਂ ਦਾ ਜਿਹੜਾ ਸਿੱਖਿਆ ਦਾ ਬੁਨਿਆਦੀ ਅਧਿਕਾਰ ਹੈ ਉਹ ਕਮਜ਼ੋਰ ਹੋ ਚੁੱਕਾ। अर्ली चाइल्डहुड एजुकेशन ECE, अर्ली चाइल्डहुड एजुकेशन ECE, ਇਹਦੀ ਤੁਹਾਨੂੰ ਫੁੱਲ ਫਾਰਮ ਆਣੀ ਚਾਹੀਦੀ ਹੈ। अर्ली ਚਾइल्डहुड एजुकेशन ਦੇ ਖੇਤਰ ਵਿੱਚ ਬਹੁਤ ਸਾਰੇ ਸਿੱਖਿਅਕਾਂ ਅਤੇ ਪ੍ਰੈਕਟੀਸ਼ਨਰਾਂ ਨੇ ਇਸ ਨੀਤੀ ਦਾ ਸਵਾਗਤ ਕੀਤਾ ਹੈ, ਠੀਕ ਹੈ। अर्ली ਚਾइल्डहुड एजुकेशन ਦੇ ਖੇਤਰ ਵਿੱਚ ਬਹੁਤ ਸਾਰੇ ਜਿਹੜੇ ਸਿੱਖਿਅਕ ਨੇ ਜਾਂ ਪ੍ਰੈਕਟੀਸ਼ਨਰ ਨੇ, ਉਹਨਾਂ ਨੇ ਇਸ ਨੀਤੀ ਦਾ ਸਵਾਗਤ ਕੀਤਾ ਹੈ, ਕਿਉਂਕਿ ਇਹ ਪ੍ਰਮੁੱਖ ਤੌਰ ਉੱਤੇ ECE ਦਾ ਜ਼ਿਕਰ ਕਰਦੀ ਹੈ। ਉਹਨਾਂ ਨੇ ਕਿਉਂ ਇਹਦਾ ਸਵਾਗਤ ਕੀਤਾ? ਕਿਉਂਕਿ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਇਸ ਨੀਤੀ ਦੇ ਵਿੱਚ ਪ੍ਰਮੁੱਖ ਤੌਰ 'ਤੇ अर्ली ਚਾइल्डहुड ਐਜੂਕੇਸ਼ਨ ਦਾ ਜ਼ਿਕਰ ਹੋਇਆ ਹੈ, ਜੋ ਕਿ ਪਿਛਲੇ ਨੀਤੀ ਦਸਤਾਵੇਜ਼ਾਂ ਵਿੱਚ ਇੱਕ ਮੁਕਾਬਲਤਨ ਅਣਗੌਲਿਆ ਖੇਤਰ ਰਿਹਾ ਹੈ। ਜਿਹੜਾ ਕਿ ਪਿਛਲੇ ਨੀਤੀ ਦਸਤਾਵੇਜ਼ਾਂ ਵਿੱਚ ਕੀ ਰਿਹਾ? ਇੱਕ ਅਣਗੌਲੀ ਚੀਜ਼ ਰਹੀ, ਠੀਕ ਹੈ। ਮਤਲਬ ਗੋਲੀ ਨਹੀਂ ਗਈ, ਮੁਕਾਬਲਤਨ ਅਣਗੌਲਿਆ ਖੇਤਰ ਰਿਹਾ। ਹਾਲਾਂਕਿ ਦਸਤਾਵੇਜ਼ ਵਿੱਚ ਸਿਰਫ ECE ਦੀ ਮਹੱਤਤਾ ਨੂੰ ਉਜਾਗਰ ਕਰਨਾ ਹੀ ਕਾਫੀ ਨਹੀਂ ਹੈ, ਠੀਕ ਹੈ। ਇਹਨਾਂ ਨੇ ਕੀ ਕਿਹਾ ਕਿ ਦਸਤਾਵੇਜ਼ ਦੇ ਵਿੱਚ ਸਿਰਫ अर्ली ਚਾइल्डहुड ਐਜੂਕੇਸ਼ਨ ਨੂੰ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੀ ਕਾਫੀ ਨਹੀਂ ਸੀ। ECE ਦੇ
ਸਰਵ ਵਿਆਪੀਕਰਨ ਲਈ ਇੱਕ ਚੰਗੀ ਤਰ੍ਹਾਂ ਸੋਚੀ ਸਮਝੀ ਯੋਜਨਾ ਬਣਾਉਣਾ ਅਤੇ ਇਸ ਦੇ ਪ੍ਰਭਾਵੀ ਅਮਲ ਨੂੰ ਇਸ ਦੇ ਲਈ ਇੱਕ ਸਮਰਪਿਤ ਜਨਤਕ ਬਜਟ ਦੀ ਲੋੜ ਹੋਵੇਗੀ ਅਤੇ ਨੀਤੀ ਇਸ ਬਾਰੇ ਚੁੱਪ ਸੀ। ਠੀਕ ਹੈ, ਹੁਣ ਇਹਨਾਂ ਨੇ ਕੀ ਕਿਹਾ ਕਿ ਹਾਲਾਂਕਿ ਜਿਹੜਾ ਦਸਤਾਵੇਜ਼ ਹੈ, ਦਸਤਾਵੇਜ਼ ਵਿੱਚ ਸਿਰਫ ECE ਦੀ ਮਹੱਤਤਾ ਨੂੰ ਉਜਾਗਰ ਕਰਨਾ ਹੀ ਕਾਫੀ ਨਹੀਂ ਸੀ। ਠੀਕ ਹੈ, ਮਤਲਬ अर्ਲੀ ਚਾਈਲਡਹੁੱਡ ਐਜੂਕੇਸ਼ਨ ਨੂੰ ਉਜਾਗਰ ਕਰਨਾ ਹੀ ਸਹੀ ਨਹੀਂ ਸੀ। ECE ਦੇ ਸਰਵ ਵਿਆਪੀਕਰਨ ਲਈ, ਠੀਕ ਹੈ, ਸਰਵ ਵਿਆਪੀਕਰਨ ਲਈ ਇੱਕ ਚੰਗੀ ਤਰ੍ਹਾਂ ਸੋਚੀ ਸਮਝੀ ਯੋਜਨਾ ਬਣਾਉਣਾ, ਠੀਕ ਹੈ, ਇੱਕ ਚੰਗੀ ਤਰ੍ਹਾਂ ਸੋਚ ਸਮਝ ਕੇ ਯੋਜਨਾ ਬਣਾਉਣਾ ਅਤੇ ਇਸ ਦੇ ਪ੍ਰਭਾਵੀ ਅਮਲ ਨੂੰ ਇਸ ਦੇ ਲਈ ਇੱਕ ਸਮਰਪਿਤ ਜਨਤਕ ਬਜਟ ਦੀ ਲੋੜ ਹੋਵੇਗੀ। ਹੁਣ ਅਗਰ ਆਪਾਂ ਕੋਈ ਵੀ ਪੋਲਿਸੀ ਬਣਾ ਰਹੇ ਹਾਂ, ਠੀਕ ਹੈ, ਉਹਦੇ ਲਈ ਆਪਾਂ ਨੂੰ ਪੈਸੇ ਦੀ ਲੋੜ ਹੋਏਗੀ। ਆਪਾਂ ਘਰ ਦੇ ਵਿੱਚ ਕੋਈ ਪਲੈਨਿੰਗ ਕਰ ਰਹੇ ਹਾਂ, ਕੋਈ ਨਵੀਂ ਚੀਜ਼ ਲੈ ਕੇ ਆਉਣ ਦੀ ਪਲੈਨਿੰਗ ਕਰ ਰਹੇ ਹਾਂ ਤਾਂ ਆਪਾਂ ਨੂੰ ਪੈਸੇ ਦੀ ਲੋੜ ਹੋਏਗੀ। ਠੀਕ ਹੈ, ਐਵੇਂ ਹੀ ਇਹਨਾਂ ਨੇ ਜ਼ਿਕਰ ਕੀਤਾ, ਠੀਕ ਹੈ, ਤਾਂ ਆਪਾਂ ਨੂੰ ਪੈਸੇ ਦੀ ਲੋੜ ਸੀ, ਪਰ ਇਹ ਪੈਸੇ ਬਜਟ ਦੇ ਮਾਮਲੇ ਦੇ ਵਿੱਚ ਨੀਤੀ ਇਸ ਬਾਰੇ ਚੁੱਪ ਸੀਗੀ। ਠੀਕ ਹੈ, ਹੁਣ ਆਪਾਂ ਨੈਕਸਟ ਦੇਖਦੇ ਹਾਂ ਅੱਗੇ। ਸਮਝ ਆ ਗਿਆ ਕਿ 34 ਸਾਲਾਂ ਬਾਅਦ 29 ਜੁਲਾਈ 2020 ਨੂੰ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਦਸਤਾਵੇਜ਼ ਵਿੱਚ ਸਮੁੱਚੀ ਸਿੱਖਿਆ ਪ੍ਰਣਾਲੀ ਤੇ ਟਿੱਪਣੀਆਂ ਕੀਤੀਆਂ ਗਈਆਂ ਸੀ, ਵੱਖ-ਵੱਖ ਸਿਫਾਰਸ਼ਾਂ ਕੀਤੀਆਂ ਗਈਆਂ ਸੀ। ਕੁਛ ਇਹਨੂੰ ਕ੍ਰਾਂਤੀਕਾਰੀ ਮੰਨਦੇ ਸੀ, ਕੁਛ ਇਹ ਮੰਨਦੇ ਸੀਗੇ ਕਿ ਇਹ ਬੱਚਿਆਂ ਦੀ ਸਿੱਖਿਆ ਦੇ ਬੁਨਿਆਦੀ ਅਧਿਕਾਰ ਨੂੰ ਕਮਜ਼ੋਰ ਕਰਨ ਵਾਲੀ ਹੈ। ਠੀਕ ਹੈ, ਲੇਕਿਨ ਜਿਹੜੇ अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਖੇਤਰ ਵਾਲੇ ਸੀ ਉਹ ਇਹਨੂੰ ਬਹੁਤ ਹੀ ਮਤਲਬ ਚੰਗੀ ਤਰ੍ਹਾਂ ਉਹਨਾਂ ਨੇ ਸਵਾਗਤ ਕੀਤਾ, ਕਿਉਂਕਿ ਇਹ ਪ੍ਰਮੁੱਖ ਤੌਰ ਤੇ ECE ਦਾ ਹੀ ਜ਼ਿਕਰ ਕਰਦੀ ਸੀ, ਜੋ ਕਿ ਪਿਛਲੇ ਨੀਤੀ ਦਸਤਾਵੇਜ਼ਾਂ ਵਿੱਚੋਂ ਇੱਕ ਮੁਕਾਬਲਤਨ ਅਣਗੌਲਿਆ ਖੇਤਰ ਰਿਹਾ ਸੀ। ਠੀਕ ਹੈ, ਲੇਕਿਨ ਦਸਤਾਵੇਜ਼ ਵਿੱਚ ਸਿਰਫ ECE ਦੀ ਮਹੱਤਤਾ ਨੂੰ ਉਜਾਗਰ ਕਰਨਾ ਕਾਫੀ ਨਹੀਂ ਸੀ। ਠੀਕ ਹੈ, ਤਾਂ ECE ਦੇ ਸਰਵ ਵਿਆਪੀਕਰਨ ਲਈ ਇੱਕ ਚੰਗੀ ਤਰ੍ਹਾਂ ਸੋਚੀ ਸਮਝੀ ਯੋਜਨਾ ਬਣਾਉਣਾ ਅਤੇ ਇਸ ਦੇ ਪ੍ਰਭਾਵੀ ਅਮਲ ਨੂੰ ਇਸ ਦੇ ਲਈ ਇੱਕ ਸਮਰਪਿਤ ਜਨਤਕ ਬਜਟ ਦੀ ਲੋੜ ਸੀ, ਜੋ ਕਿ ਨੀਤੀ ਇਸ ਬਾਰੇ ਚੁੱਪ ਸੀਗੀ। ਨੈਕਸਟ ਆ ਜਾਓ, ਪੇਂਡੂ ਖੇਤਰਾਂ ਵਿੱਚ ਆਂਗਨਵਾੜੀਆਂ ਵਿੱਚ ਸਿੱਖਿਆ ਕਹਾਣੀ ਸੁਣਾਉਣਾ ਅਤੇ ਕੁਝ ਗੀਤ ਅਤੇ ਕਵਿਤਾਵਾਂ ਸਿਖਾਉਣ ਤੋਂ ਅੱਗੇ ਨਹੀਂ ਜਾਂਦੀ। ਠੀਕ ਹੈ, ਜਿਹੜੇ ਕਿ ਪੇਂਡੂ ਖੇਤਰ ਹੁੰਦੇ ਆ, ਵਿਲੇਜਿਸ ਹੁੰਦੀਆਂ, ਜਿਹੜੇ ਆਂਗਨਵਾੜੀ ਸੈਂਟਰ ਹੁੰਦੇ ਆ, ਉਹਨਾਂ ਵਿੱਚ ਜਿਹੜੀ ਸਿੱਖਿਆ ਹੈ ਉਹ ਕਿਵੇਂ ਦਿੱਤੀ ਜਾਂਦੀ ਹੈ? ਆਂਗਨਵਾੜੀਆਂ ਵਿੱਚ ਸਿੱਖਿਆ ਕਹਾਣੀ ਸੁਣਾ ਦਿਓ ਜੀ, ਕੁਝ ਗੀਤ ਅਤੇ ਕਵਿਤਾਵਾਂ ਸਿਖਾਉਣਾ, ਇਹ ਤੋਂ ਅੱਗੇ ਨਹੀਂ ਜਾਂਦੀ। ਠੀਕ ਹੈ, स्टोरी टेलिंग हो गया, ठीक है, कहानियाँ सुना देंगे हैं, सॉन्ग्स, कुछ गीत ਅਤੇ ਕਵਿਤਾਵਾਂ ਸਿਖਾਉਣ ਤੋਂ ਅੱਗੇ ਨਹੀਂ ਜਾਂਦੀ। ਠੀਕ ਹੈ, ਪੇਂਡੂ ਖੇਤਰਾਂ ਵਿੱਚ ਆਂਗਨਵਾੜੀਆਂ ਵਿੱਚ ਸਿੱਖਿਆ ਕਹਾਣੀ ਸੁਣਾਉਣ ਅਤੇ ਕੁਝ ਗੀਤ ਅਤੇ ਕਵਿਤਾਵਾਂ ਸਿਖਾਉਣ ਤੋਂ ਅੱਗੇ ਨਹੀਂ ਜਾਂਦੀ। ਹੁਣ अर्ਲੀ ਚਾਈਲਡਹੁੱਡ ਐਜੂਕੇਸ਼ਨ, ਜਿਸ ਨੂੰ ਪ੍ਰੀ ਪ੍ਰਾਇਮਰੀ ਜਾਂ ਪ੍ਰੀ ਸਕੂਲ ਸਿੱਖਿਆ ਵੀ ਕਿਹਾ ਜਾਂਦਾ ਹੈ। अर्ਲੀ ਚਾਈਲਡਹੁੱਡ ਐਜੂਕੇਸ਼ਨ ਨੂੰ ਹੋਰ ਕੀ ਕਿਹਾ ਜਾਂਦਾ ਹੈ? ਪ੍ਰੀ ਪ੍ਰਾਇਮਰੀ ਜਾਂ ਪ੍ਰੀ ਸਕੂਲ ਸਿੱਖਿਆ ਕਿਹਾ ਜਾਂਦਾ ਹੈ। ਸ਼ਬਦ ਰਵਾਇਤੀ ਤੌਰ ਉੱਤੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੀ ਸਿੱਖਿਆ ਨੂੰ ਦਰਸਾਉਂਦਾ ਹੈ। ਠੀਕ ਹੈ, ਸ਼ਬਦ ਜਿਹੜਾ ਇਹ ਹੈ ਪ੍ਰੀ ਸਕੂਲ, ਠੀਕ ਹੈ, ਜਾਂ ਪ੍ਰੀ ਪ੍ਰਾਇਮਰੀ ਸਕੂਲ, ਇਹ ਕਿੰਨੇ 3 ਤੋਂ 6 ਸਾਲ ਦੇ ਉਮਰ ਦੇ ਬੱਚਿਆਂ ਦੀ ਸਿੱਖਿਆ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਇਸ ਉਮਰ ਵਰਗ ਲਈ ਸਿੱਖਿਆ ਦੀ ਮੌਜੂਦਾ ਸਥਿਤੀ 2 ਸਿਖਰਾਂ ਉੱਤੇ ਹੈ। ਸ਼ਹਿਰੀ ਖੇਤਰਾਂ ਵਿੱਚ ਪ੍ਰੀ ਸਕੂਲ, ਠੀਕ ਹੈ, ਸ਼ਹਿਰੀ ਖੇਤਰਾਂ ਵਿੱਚ ਪ੍ਰੀ ਸਕੂਲ ਗ੍ਰੇਡ 1 ਅਤੇ 2 ਦੇ ਪਾਠਕ੍ਰਮ ਵਿੱਚੋਂ ਕੁਝ ਵਿਸ਼ੇ ਜਿਵੇਂ ਕਿ ਵਰਣਮਾਲਾ ਦੇ ਅੱਖਰ ਅਤੇ 100 ਤੱਕ ਦੇ ਅੰਕ ਨੂੰ ਕਵਰ ਕਰਦੇ ਹਨ। ਦੂਜੇ ਪਾਸੇ ਪੇਂਡੂ ਖੇਤਰਾਂ ਵਿੱਚ ਆਂਗਨਵਾੜੀਆਂ ਵਿੱਚ ਸਿੱਖਿਆ ਕਹਾਣੀ ਸੁਣਾਉਣਾ ਤੋਂ ਅੱਗੇ ਨਹੀਂ ਜਾਂਦੀ ਅਤੇ ਕੁਝ ਗੀਤ ਅਤੇ ਕਵਿਤਾਵਾਂ ਸਿਖਾਉਣਾ। ਅਸਲ ਵਿੱਚ ਇੱਕ ਸਮਾਜ ਦੇ ਰੂਪ ਵਿੱਚ ਅਸੀਂ ਇਸ ਬਾਰੇ ਅਸਪਸ਼ਟ ਹਾਂ ਕਿ ਇਸ ਉਮਰ ਸਮੂਹ ਨੂੰ ਕੀ ਸਿਖਾਇਆ ਜਾਣਾ ਚਾਹੀਦਾ ਹੈ ਅਤੇ ਇਹ ਕਿਵੇਂ ਸਿਖਾਇਆ ਜਾਣਾ ਚਾਹੀਦਾ ਹੈ। ਸਪਸ਼ਟਤਾ ਦੀ ਇਹ ਘਾਟ ਸਾਡੇ ਪ੍ਰੀ ਵਿੱਚ ਝਲਕਦੀ ਹੈ। ਹੁਣ ਜਿਹੜਾ ਕਿ अर्ਲੀ ਚਾਈਲਡਹੁੱਡ ਐਜੂਕੇਸ਼ਨ ਹੈ, ਇਹਨੂੰ ਪ੍ਰੀ ਪ੍ਰਾਇਮਰੀ ਜਾਂ ਪ੍ਰੀ ਸਕੂਲ ਸਿੱਖਿਆ ਵੀ ਕਿਹਾ ਜਾਂਦਾ ਹੈ। ਜਿਹੜਾ ਇਹ ਸ਼ਬਦ ਹੈ, ਠੀਕ ਹੈ, ਰਵਾਇਤੀ ਤੌਰ ਉੱਤੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੀ ਸਿੱਖਿਆ ਨੂੰ ਦਰਸਾਉਂਦਾ ਹੈ। ਠੀਕ ਹੈ ਜੀ, ਭਾਰਤ ਵਿੱਚ ਇਸ ਉਮਰ ਵਰਗ ਲਈ ਸਿੱਖਿਆ ਦੇ ਮੌਜੂਦੀ ਸਥਿਤੀ ਹੈ ਉਹ 2 ਸਿਖਰਾਂ 'ਤੇ ਹੈ। ਸ਼ਹਿਰੀ ਖੇਤਰ ਦੇ ਵਿੱਚ ਪ੍ਰੀ ਸਕੂਲ ਕਿਆ ਗ੍ਰੇਡ 1 ਅਤੇ ਗ੍ਰੇਡ 2, ਇਹਦੇ ਵਿੱਚ ਵਰਣਮਾਲਾ ਲਿੱਤੀ ਜਾਂਦੀ ਹੈ ਅਤੇ 100 ਤੱਕ ਇਹ ਗਿਣਤੀ ਕਰਵਾ ਦਿੰਦੇ ਨੇ। ਲੇਕਿਨ ਜਿਹੜੇ ਦੂਜੇ ਪਾਸੇ ਪੇਂਡੂ ਖੇਤਰ ਹੈ, ਉਹਨਾਂ 'ਚ ਆਂਗਨਵਾੜੀਆਂ ਵਿੱਚ ਸਿੱਖਿਆ ਕਿਵੇਂ ਦਿੱਤੀ ਜਾਂਦੀ ਹੈ? ਤਾਂ ਕਹਾਣੀ ਸੁਣਾ ਦਿੱਤੀ ਜਾਂਦੀ ਹੈ। ਠੀਕ ਹੈ,
या कुछ गीत या कवितावां सिखा दित्तियां जांदियां, ठीक है। कहानी सुना देंदे ने, गीत कवितावां उन्हां नूं सिखा दिंदे हैं। ये हुण दो पहलू हो गए ना कि पिंड वाली आपां प्री स्कूलिंग मन्नीए या शहर वाली मन्नीए, ठीक है। हुण इस विच की है कि आपां अस्पष्ट हाँ, ठीक है, भी किहड़ी चीज़ सही है, इस उम्र के बच्चों नूं की सिखाया जाना चाहिए की नहीं। स्पष्टता की यह घाट साडे प्री स्कूलों विच झलकदी है। क्लीयर है, समझ के चलिए अगे। जो तुहानूं क्लीयर नहीं हुंदा, ठीक है, अगर मेरी फोटो आ जाती है बच्चों विच तां तुसीं लिख लिया करो थोड़ा, जिवें इत्थे आ गई स्पष्टता, ये मैं दस देनी है की लिखा हुआ आपां ने, स्पष्टता दी यह घाट, स्पष्टता दी यह घाट साडे प्री स्कूलों विच झलकदी है, ठीक है। पहला पैरा तो क्लीयर हो गया सी, फर्स्ट पैरा क्लीयर हो गया सी, ठीक है। अमल प्रभावी अमल नूं इस दे लई, ठीक है, एक समर्पित जनतक बजट की लोड़ होगी और नीति इस बारे चुप है। नैक्सट आ जाओ जी, नेक्स्ट आ जाओ। अखीर वाले वर्ड मैं बोल दिया करूँगी, लिख लिया करो, ठीक है। NEP 2020 ECE, ठीक है। हुण आपां नैशनल एजुकेशन पॉलिसी, ठीक है, 2020 विच जिहड़ा ECE अर्ली चाइल्डहुड एजुकेशन बारे गल हुई है, उहदे बारे गल करन जा रहे हैं, ठीक है। उहदे बारे की करन जा रहे हैं, गल करन जा रहे हैं। इतिहासिक तौर उत्ते भारत विच ECE मुकाबलतन अनगोलिया रहा है, ठीक है। अगर आप हिस्टरी की गल करिए, मतलब जी आप पिछे हिस्टरी देखिए, अगर उसकी गल करिए तो भारत दे विच की होया, जिहड़ा अर्ली चाइल्डहुड एजुकेशन है उन्होंने अनगोलिया किया है हर बार, ठीक है। मतलब वो तो कोई ज़्यादा चर्चा नहीं हुई या कुछ भी, है ना। ये कित्थों शुरू होया सी, ये 1965 66 की कोठारी कमीशन की रिपोर्ट नाल शुरू होया, ठीक है। ये भी मैं तुहानूं करवाई हुई है ना कोठारी कमीशन सारी। यह 1965 66 की कोठारी कमीशन की रिपोर्ट नाल शुरू होया अते 2009 दे सिक्ख्या दा अधिकार कानून नाल जारी रहा, ठीक है। जिहड़ा 2009 दे विच सिक्ख्या दा अधिकार कानून बनिया सी उहदे नाल जारी रहा, जिस ने 3 ਤੋਂ 6 साल के बच्चों लई सिक्ख्या नूं बुनियादी अधिकार वजों मानता नहीं दित्ती सी, ठीक है। जिन्हें जिहड़ा अधिकार सी, जिन्हें कि 3 ਤੋਂ 6 साल के बच्चों लई सिक्ख्या नूं बुनियादी अधिकार वजों मानता नहीं दित्ती सी। क्लीयर है, अगे आ जाओ। इस दे उल्ट NEP 2020 सिक्ख्या दे 5 सालों के बुनियादी पढ़ाई की कल्पना करता है, ठीक है। ECE दे 3 साल अते प्राइमरी स्कूल के पहले 2 साल, दूजे ECE 3 ਤੋਂ 8 साल की उम्र तक वधाया चाहिए है। ये ध्यान देने महत्वपूर्ण गल यह है कि NEP 2000 प्रस्तावित तब्दीलियां लाजमी तौर उत्ते पाठक्रम होणगियां होती होते, ठीक है। आंगनवाड़ियां दे बुनियादी प्री प्राइमरी सैक्शनां अते संदर प्री स्कूल केंद्रां नूं ECE लई मजीते जाण दी उम्मीद है अते यह भी किया जा सकता है जब सरकार एक स्पष्ट रूप रेखा दिंदा है कि ECE ग्रेड 1 तो विचकार निरंतरता होनी चाहिए है। हालांकि इन्हां विच नूं बदलण दी समर्था है। बहुत कुछ इस गल उत्ते निर्भर करेगा कि असीं उन्हां नूं असल विच किवें लागू करदे हां। हुण इन्हां ने की कहा कि जिहड़ी NEP नैशनल एजुकेशन पॉलिसी है 2020 दे विच ECE दी की गल हुई है उहदे विच, ठीक है। ECE दी की गल हुई है तो सब तो पहला देखो जिहड़ा इतिहासिक तौर उत्ते भारत विच ECE दी इहनूं अनगोलिया गया शुरू तो, ठीक है। कित्थों शुरू होया 1965 66 की कोठारी कमीशन की रिपोर्ट नाल शुरू होया ते इह कदों तक जारी रहा 2009 दे विच जदों कि जिसने 3 ਤੋਂ 6 साल के बच्चों ਲਈ ਸਿੱਖਿਆ ਨੂੰ बुनियादी अधिकार वजों मानता नहीं दी सी। फिर ये उल्ट की सी जिहड़ी NEP है 2020 उन्हें की किया 5 साल के बुनियादी पढ़ाई की कल्पना करता है, ठीक है।
5 ਸਾਲ ਦੇ ਕੀ ਕਰਦੇ ਜੀ, ਬੁਨਿਆਦੀ ਪੜ੍ਹਾਈ ਦੀ ਕਲਪਨਾ ਕਰਦੇ ਆ। ਉਹਦੇ ਵਿੱਚ ਕੀ ਹੈ 3 ਸਾਲ, ਅਤੇ ਪ੍ਰਾਇਮਰੀ ਸਕੂਲ ਦੇ ਪਹਿਲੇ 2 ਸਾਲ। ਦੂਜੇ ਸ਼ਬਦਾਂ ਵਿੱਚ ਕੀ ਕਿ ECE ਨੂੰ ਹੁਣ 3 ਤੋਂ 8 ਸਾਲ ਦੀ ਉਮਰ ਤੱਕ ਵਧਾਇਆ ਜਾਣਾ ਚਾਹੀਦਾ ਹੈ। ਠੀਕ ਹੈ, ਇੱਥੇ ਧਿਆਨ ਦੇਣ ਵਾਲੀ ਇੱਕ ਹੋਰ ਮਹੱਤਵਪੂਰਨ ਗੱਲ ਹੈ ਕਿ NEP 2020 ਵਿੱਚ ਪ੍ਰਸਤਾਵਿਤ ਤਬਦੀਲੀਆਂ ਲਾਜ਼ਮੀ ਤੌਰ ਉੱਤੇ ਪਾਠਕ੍ਰਮ ਵਿੱਚ ਹੋਣਗੀਆਂ, ਨਾ ਕਿ ECE ਲਈ ਭੌਤਿਕ ਸਹੂਲਤਾਂ ਦੇ ਪੱਧਰ ਉੱਤੇ। ਠੀਕ ਹੈ, ਜਿਹੜੀਆਂ ਕਿ NEP ਦੀਆਂ 2020 ਦੀਆਂ ਪ੍ਰਸਤਾਵਿਤ ਤਬਦੀਲੀਆਂ ਨੇ ਉਹ ਲਾਜ਼ਮੀ ਤੌਰ ਉੱਤੇ ਕਿੱਥੇ ਹੋਣਗੀਆਂ, ਪਾਠਕ੍ਰਮ ਦੇ ਵਿੱਚ, ਨਾ ਕਿ ਭੌਤਿਕ ਸਹੂਲਤਾਂ ਦੇ ਪੱਧਰ ਉੱਤੇ। ਠੀਕ ਹੈ, ਫਿਰ ਆਂਗਣਵਾੜੀਆਂ ਦੇ ਮੌਜੂਦਾ ਜਿਹੜੇ ਬੁਨਿਆਦੀ ਢਾਂਚੇ ਨੇ, ਸਕੂਲਾਂ ਨਾਲ ਜੁੜੇ ਪ੍ਰੀ ਪ੍ਰਾਇਮਰੀ ਸੈਕਸ਼ਨ ਹੈ ਅਤੇ ਸੁਤੰਤਰ ਪ੍ਰੀ ਸਕੂਲ ਕੇਂਦਰ ਹੈ, ਉਹਨਾਂ ਨੂੰ ECE ਲਈ ਮਜ਼ਬੂਤ ਕੀਤੇ ਜਾਣ ਦੀ ਉਮੀਦ ਹੈਗੀ ਹੈ, ਅਤੇ ਇਹ ਤਾਂ ਹੀ ਕੀਤਾ ਜਾ ਸਕਦਾ ਜੇਕਰ ਸਰਕਾਰ ਇੱਕ ਸਪਸ਼ਟ ਰੂਪ ਰੇਖਾ ਤਿਆਰ ਕਰੇ। ਠੀਕ ਹੈ, ਇਹ ਸੁਝਾਵ ਦਿੰਦਾ ਹੈ, ਇਹ NEP ਮਤਲਬ ਇਹ ਸੁਝਾਵ ਦਿੰਦਾ ਕਿ ECE ਦਾ ਜਿਹੜਾ ਪਾਠਕ੍ਰਮ ਹੈ ਉਹ ਗ੍ਰੇਡ 1 ਅਤੇ 2 ਪਾਠਕ੍ਰਮ ਵਿਚਕਾਰ ਨਿਰੰਤਰਤਾ ਹੋਣੀ ਚਾਹੀਦੀ ਹੈ। ਠੀਕ ਹੈ, ਹਾਲਾਂਕਿ ਇਹਨਾਂ ਪ੍ਰਸਤਾਵਿਤ ਤਬਦੀਲੀਆਂ ਵਿੱਚ ਭਾਰਤ ਵਿੱਚ ਸ਼ੁਰੂਆਤੀ ਸਿੱਖਿਆ ਨੂੰ ਬਦਲਣ ਦੀ ਸਮਰੱਥਾ ਹੈ, ਪਰ ਬਹੁਤ ਕੁਝ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਅਸੀਂ ਉਹਨਾਂ ਨੂੰ ਅਸਲ ਵਿੱਚ ਕਿਵੇਂ ਲਾਗੂ ਕਰਦੇ ਹਾਂ। ਕਲੀਅਰ ਹੈ ਜੀ। ਸਿਫਾਰਸ਼ਾਂ ਨੂੰ ਲਾਗੂ ਕਰਨਾ। ਹੁਣ ਕੀ ਆਇਆ ਜੀ, ਸਿਫਾਰਸ਼ਾਂ ਨੂੰ ਲਾਗੂ ਕਰਨਾ। ਅੰਗਰੇਜ਼ੀ ਕਹਾਵਤ ਸ਼ੈਤਾਨ ਵੇਰਵਿਆਂ ਵਿੱਚ ਪਿਆ ਹੈ। ਠੀਕ ਹੈ, ਸਿਫਾਰਸ਼ਾਂ ਨੂੰ ਲਾਗੂ ਕਰਨਾ। ਅੰਗਰੇਜ਼ੀ ਕਹਾਵਤ ਨੂੰ ਲੈ ਕੇ ਚੱਲਦੇ ਹਾਂ ਜੀ, ਸ਼ੈਤਾਨ ਵੇਰਵਿਆਂ ਵਿੱਚ ਪਿਆ ਹੈ, ਕਿ ਹਲੇ ਵੀ ਗੱਲਾਂ ਬਾਤਾਂ ਹੀ ਹੋ ਰਹੀਆਂ ਦਾ ਮਤਲਬ ਹੈ ਕਿ ਇੱਕ ਵਾਰ ਜਦੋਂ ਅਸੀਂ ਵੇਰਵਿਆਂ ਵਿੱਚ ਆ ਜਾਂਦੇ ਹਾਂ ਤਾਂ ਇੱਕ ਪ੍ਰਤੀਤ ਹੁੰਦਾ ਆਸਾਨ ਕੰਮ ਕਾਫੀ ਗੁੰਝਲਦਾਰ ਬਣ ਸਕਦਾ ਹੈ। ਜਦੋਂ ਇੱਕ ਗੱਲ ਹੈ, ਸਿੰਪਲ ਜੀ ਗੱਲ ਹੈ, ਠੀਕ ਹੈ, ਉਹਨੂੰ ਆਪਾਂ ਗੋਲ ਮੋਲ ਕਰੀ ਜਾਵਾਂਗੇ ਤਾਂ ਉਹ ਬਹੁਤ ਹੀ ਗੁੰਝਲਦਾਰ ਹੋ ਜੂਗੀ ਗੱਲ। ਠੀਕ ਹੈ, ਇਹ ਸੰਭਾਵਨਾ ਹੈ ਕਿ NPE 2020 ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦੇ ਸਮੇਂ ਅਜਿਹੀ ਸਥਿਤੀ ਆਪਣੇ ਆਪ ਨੂੰ ਪੇਸ਼ ਕਰੇਗੀ। ਠੀਕ ਹੈ, ਇਹ ਸੰਭਾਵਨਾ ਕੀ ਸੰਭਾਵਨਾ ਕਿ ਜਿਹੜੀ NEP 2020 ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦੇ ਸਮੇਂ ਇਹ ਜੀ ਸਥਿਤੀ ਹੀ ਬਣੇਗੀ। ECE ਨਾਲ ਨੇੜਿਓਂ ਜੁੜਿਆ ਹੋਇਆ ਹੈ ਨੀਤੀ ਵਿੱਚ ਬੁਨਿਆਦੀ ਸਾਖਰਤਾ ਅਤੇ ਸੰਖਿਆ ਦੇ ਵਿਕਾਸ ਉੱਤੇ ਇੱਕ ਭਾਗ। ਠੀਕ ਹੈ, ਇਸ ਸੈਕਸ਼ਨ ਵਿੱਚ NEP 2020 ECE ਵਿੱਚ 3 ਰੁਪਏ ਨਹੀਂ 3 R ਆਊਗਾ, 3 R ਪੜ੍ਹਨ ਲਿਖਣ ਅਤੇ ਗਿਣਤ ਨੂੰ ਪੇਸ਼ ਕਰਨ ਦੀ ਸਿਫਾਰਿਸ਼ ਕਰਦਾ ਹੈ। ਠੀਕ ਹੈ, 3 R ਪੜ੍ਹਨ, ਰਾਈਟ ਪੜ੍ਹਨਾ, ਠੀਕ ਹੈ, ਸਟੱਡੀ, ਰਾਈਟ ਤੇ ਮੈਥ ਨੂੰ ਪੇਸ਼ ਕਰਨ ਦੀ ਸਿਫਾਰਿਸ਼ ਕਰਦਾ ਹੈ। ਇਹ ਇਸ ਤੱਤ ਦੇ ਬਾਵਜੂਦ ਹੈ ਕਿ ਪਿਛਲੀਆਂ ਨੀਤੀਆਂ ਉਹਨਾਂ ਨੂੰ ਸ਼ਾਮਲ ਕਰਨ ਦੇ ਵਿਰੁੱਧ ਬੋਲਦੀਆਂ ਹਨ। ਠੀਕ ਹੈ, ਜਿਹੜੀਆਂ ਪਿਛਲੀਆਂ ਨੀਤੀਆਂ ਸੀ ਉਹ ਇਹਨਾਂ ਨੂੰ ਸ਼ਾਮਿਲ ਕਰਨ ਦੇ ਕੀ ਕਰਦੀਆਂ ਸੀ, ਵਿਰੁੱਧ ਬੋਲਦੀਆਂ ਸਨ। ਇਹ ਇਸ ਤੱਤ ਦੇ ਨਾਲ ਕਿ ਸਿੱਖਿਆ ਵਿਭਾਗ ਨੂੰ ਪਾਠਕ੍ਰਮ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ECE ਵਿੱਚ ਕੰਮ ਕਰਦੇ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਉਹ ਸੋਚਦੇ ਹਨ ਕਿ ECE ਦੀ ਵਰਤਮਾਨ ਗੈਰ ਰਸਮੀ ਪ੍ਰਕਿਰਤੀ ਸਿੱਖਿਆ ਨੂੰ ਰਾਹ ਦੇ ਸਕਦੀ ਹੈ ਜੋ ਪੜ੍ਹਨ ਲਿਖਣ ਅਤੇ ਗਣਿਤ ਦੇ ਆਲੇ ਦੁਆਲੇ ਘੁੰਮਦੀ ਹੈ। ਸੋ ਨੇ ਕੀ ਯਾਦ ਰੱਖਣਾ ਹੈ, ਸਿਫਾਰਸ਼ਾਂ ਦੇ ਵਿੱਚ ਮੇਨ 3 R, ਠੀਕ ਹੈ, ਪੜ੍ਹਨਾ ਲਿਖਣਾ ਤੇ ਗਣਿਤ, ਇਹਨੂੰ ਪੇਸ਼ ਕਰਦੀ ਹੈ। ਠੀਕ ਹੈ, ਕਿਸ ਤੱਤ ਦੇ ਬਾਵਜੂਦ ਜੋ ਪਿਛਲੀ ਨੀਤੀਆਂ ਉਹਨਾਂ ਨੂੰ ਸ਼ਾਮਲ ਕਰਨ ਦੇ ਵਿਰੁੱਧ ਬੋਲਦੀਆਂ ਸਨ। ਠੀਕ ਹੈ, ਇਹ ਇਸ ਤੱਤ ਦੇ ਨਾਲ ਕਿ ਸਿੱਖਿਆ ਵਿਭਾਗ ਨੂੰ ਪਾਠਕ੍ਰਮ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਠੀਕ ਹੈ, ECE ਵਿੱਚ ਕੰਮ ਕਰਦੇ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਉਹ ਸੋਚਦੇ ਆ ਕਿ ਜਿਹੜੀ ECE ਦੀ ਵਰਤਮਾਨ ਗੈਰ ਰਸਮੀ ਪ੍ਰਕਿਰਤੀ ਸਿੱਖਿਆ ਨੂੰ ਰਾਹ ਦੇ ਸਕਦੀ ਹੈ ਜੋ ਪੜ੍ਹਨ ਲਿਖਣ ਅਤੇ ਗਣਿਤ ਦੇ ਆਲੇ ਦੁਆਲੇ ਘੁੰਮਦੀ ਹੈ। ਕਲੀਅਰ ਹੈ, ਸਮਝ ਆ ਗਿਆ ਜੀ। ਹੁਣ 3 R's ਨੂੰ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ? ਜਿਹੜੇ 3 R ਹੈ, ਲਿਖਣਾ, ਪੜ੍ਹਨਾ ਤੇ ਗਣਿਤ, ਇਹਨੂੰ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ ਉਹ ਆਪਾਂ ਦੇਖਦੇ ਹਾਂ। NEP 2020 ਵਿੱਚ ਪੜ੍ਹਨ ਲਿਖਣ ਅਤੇ ਗਿਣਤੀ ਨੂੰ ਇੰਨੀ ਮਹੱਤਤਾ ਦੇਣ ਦਾ ਇੱਕ ਕਾਰਨ ਸੰਭਾਵਿਤ ਤੌਰ ਉੱਤੇ ਭਾਰਤ ਦੁਆਰਾ ਸਸਟੇਨੇਬਲ ਡਿਵੈਲਪਮੈਂਟ ਟੀਚਾ 4 ਦੇ ਤਹਿਤ ਨਿਰਧਾਰਿਤ ਕੀਤੇ ਗਏ ਹੇਠ ਦਿੱਤੇ ਟੀਚਿਆਂ ਤੋਂ ਪ੍ਰਭਾਵਿਤ ਹੈ ਜੋ ਕਿ ਗੁਣਵੰਤਾ ਸਿੱਖਿਆ ਨਾਲ ਸੰਬੰਧਿਤ ਹੈ। ਜਿਹੜੇ 3 R's ਹੈ, ਠੀਕ ਹੈ, ਸਟੱਡੀ, ਰਾਈਟਿੰਗ ਐਂਡ ਮੈਥਸ, ਠੀਕ ਹੈ, 3 R's ਨੂੰ ਇੰਨਾ ਮਹੱਤਵ ਕਿਉਂ ਦਿੱਤਾ ਜਾਂਦਾ ਹੈ?
NEP 2020 ਵਿੱਚ ਪੜ੍ਹਨ ਲਿਖਣ ਅਤੇ ਗਿਣਤੀ ਨੂੰ ਇੰਨਾ ਮਹੱਤਵ ਦੇਣ ਦਾ ਇੱਕ ਕਾਰਨ ਸੰਭਾਵਿਤ ਤੌਰ ਉੱਤੇ ਭਾਰਤ ਦੁਆਰਾ ਸਸਟੇਨੇਬਲ ਡਿਵੈਲਪਮੈਂਟ ਠੀਕ ਹੈ ਟੀਚਾ 4 ਦੇ ਤਹਿਤ ਨਿਰਧਾਰਿਤ ਕੀਤੇ ਗਏ ਹੇਠ ਦਿੱਤੇ ਟੀਚਿਆਂ ਤੋਂ ਪ੍ਰਭਾਵਿਤ ਹੈ ਜੋ ਕਿ ਗੁਣਵੱਤਾ ਸਿੱਖਿਆ ਨਾਲ ਸੰਬੰਧਿਤ ਹੈ। 2030 ਤੱਕ ਇਹ ਸੁਨਿਸ਼ਚਿਤ ਕਰੋ ਕਿ ਸਾਰੇ ਨੌਜਵਾਨਾਂ ਅਤੇ ਬਾਲਗਾਂ ਦਾ ਇੱਕ ਮਹੱਤਵਪੂਰਨ ਅਨੁਪਾਤ ਮਰਦ ਅਤੇ ਔਰਤਾਂ ਦੋਵੇਂ ਸਾਖਰਤਾ ਅਤੇ ਸੰਖਿਆ ਪ੍ਰਾਪਤ ਕਰੋ। ਫਿਰ ਦੂਜਾ 2030 ਤੱਕ ਇਹ ਸੁਨਿਸ਼ਚਿਤ ਕਰੋ ਕਿ ਸਾਰੀਆਂ ਲੜਕੀਆਂ ਅਤੇ ਲੜਕਿਆਂ ਦੀ ਗੁਣਵੱਤਾ ਸ਼ੁਰੂਆਤੀ ਬਚਪਨ ਦੇ ਵਿਕਾਸ ਦੇਖਭਾਲ ਅਤੇ ਪ੍ਰੀ ਪ੍ਰਾਇਮਰੀ ਸਿੱਖਿਆ ਤੱਕ ਪਹੁੰਚ ਹੋਵੇ ਤਾਂ ਜੋ ਉਹ ਪ੍ਰਾਇਮਰੀ ਸਿੱਖਿਆ ਲਈ ਤਿਆਰ ਹੋਣ। ਇਹਨਾਂ ਨੇ ਪਹਿਲਾਂ ਕੀ ਕਿਹਾ ਕਿ 2030 ਤੱਕ ਕੀ ਸੁਨਿਸ਼ਚਿਤ ਕਰੋ ਕਿ ਸਾਰੇ ਨੌਜਵਾਨ ਠੀਕ ਹੈ ਅਤੇ ਬਾਲਗਾਂ ਦਾ ਇੱਕ ਮਹੱਤਵਪੂਰਨ ਅਨੁਪਾਤ ਮਰਦ ਅਤੇ ਔਰਤਾਂ ਦੋਵੇਂ ਲੇਡੀਜ਼ ਵੀ ਜੈਂਟਸ ਵੀ ਦੋਨੋਂ ਸਾਖਰਤਾ ਅਤੇ ਸੰਖਿਆ ਪ੍ਰਾਪਤ ਕਰਨ ਠੀਕ ਹੈ ਸੰਖਿਆ ਪ੍ਰਾਪਤ ਕਰਨ। ਫਿਰ 2030 ਤੱਕ ਇਹ ਸੁਨਿਸ਼ਚਿਤ ਕਰੋ ਕਿ ਸਾਰੀਆਂ ਲੜਕੀਆਂ ਅਤੇ ਲੜਕਿਆਂ ਦੀ ਗੁਣਵੱਤਾ ਸ਼ੁਰੂਆਤੀ ਬਚਪਨ ਦੇ ਵਿਕਾਸ ਦੇਖਭਾਲ ਅਤੇ ਪ੍ਰੀ ਪ੍ਰਾਇਮਰੀ ਸਿੱਖਿਆ ਤੱਕ ਪਹੁੰਚ ਹੋਵੇ ਤਾਂ ਜੋ ਪ੍ਰਾਇਮਰੀ ਸਿੱਖਿਆ ਲਈ ਤਿਆਰ ਹੋਣ ਕਲੀਅਰ ਹੈ ਸਮਝ ਆ ਗਿਆ ਜੀ। ਨੈਕਸਟ ਆ ਜਾਓ ਇਸ ਨੂੰ ਦੇਖਦੇ ਹੋਏ NEP 2020 ਵਿੱਚ ਇਹਨਾਂ ਖੇਤਰਾਂ ਉੱਤੇ ਫੋਕਸ ਅਟਲ ਜਾਪਦਾ ਹੈ ਪਰ ਇੱਥੇ ਵੱਡਾ ਸਵਾਲ ਇਹ ਬਣ ਜਾਂਦਾ ਹੈ ਕਿ ਛੋਟੀ ਉਮਰ ਵਿੱਚ ਪੜ੍ਹਨ ਲਿਖਣ ਅੰਕ ਗਿਣਤੀ ਉੱਤੇ ਜ਼ੋਰ ਦੇਣਾ ਸਹੀ ਹੈ ਜਾਂ ਨਹੀਂ ਠੀਕ ਹੈ। ਸਾਖਰਤਾ ਸਿੱਖਿਆ ਲਿਟਰੇਸੀ ਐਜੂਕੇਸ਼ਨ ਸਿਧਾਂਤ ਬਨਾਮ ਧਾਰਨਾਵਾਂ ਥਿਓਰੀ ਵਰਸਿਸ ਪਰਸੈਪਸ਼ਨਸ ਸ਼ੁਰੂਆਤੀ ਸਾਖਰਤਾ ਉੱਤੇ ਵੱਧ ਰਹੇ ਫੋਕਸ ਵਿੱਚ ਭੂਮਿਕਾ ਨਿਭਾਉਣ ਵਾਲੇ ਕਾਰਕਾਂ ਵਿੱਚੋਂ ਇੱਕ ਸਮਾਜ ਦੀ ਇਸ ਬਾਰੇ ਧਾਰਨਾ ਹੈ ਜੋ ਜ਼ਰੂਰੀ ਤੌਰ ਉੱਤੇ ਸਿਧਾਂਤਿਕ ਸਬੂਤ ਨਾਲ ਮੇਲ ਨਹੀਂ ਖਾਂਦਾ। ਭਾਰਤ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਕਿਵੇਂ ਸਿਖਾਉਣਾ ਹੈ ਇਸ ਬਾਰੇ ਸ਼ਾਇਦ ਹੀ ਕੋਈ ਚਰਚਾ ਜਾਂ ਖੋਜ ਹੋਵੇ। ਸ਼ੁਰੂਆਤੀ ਸਾਖਰਤਾ ਦੇ ਸੰਕਲਪ ਬਾਰੇ ਨਾ ਸਿਰਫ ਆਮ ਲੋਕਾਂ ਵਿੱਚ ਸਗੋਂ ਸਿੱਖਿਅਕਾਂ ਵਿੱਚ ਵੀ ਵੱਖੋ ਵੱਖਰੇ ਵਿਸ਼ਵਾਸ ਮਿਲਦੇ ਹਨ। ਕੁਝ ਪ੍ਰਮੁੱਖ ਵਿੱਚ ਸ਼ਾਮਲ ਹਨ ਉਹ ਆਪਾਂ ਹੁਣ ਅੱਗੇ ਪੜਾਂਗੇ। ਦੇਖੋ ਸਾਖਰਤਾ ਸਿੱਖਿਆ ਜੋ ਕਿ 2030 ਤੱਕ ਹਰ ਲੇਡੀਜ਼ ਤੇ ਹਰ ਜੈਂਟਸ ਨੇ ਲੈਣੀ ਹੈ ਲਿਟਰੇਸੀ ਐਜੂਕੇਸ਼ਨ ਹੁਣ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਕੀ ਥਿਓਰੀ ਹੈ ਤੇ ਕੀ ਪਰਸੈਪਸ਼ਨਸ ਨੇ ਠੀਕ ਹੈ। ਜਿਹੜੀ ਸ਼ੁਰੂਆਤੀ ਸਾਖਰਤਾ ਉੱਤੇ ਮਤਲਬ ਸ਼ੁਰੂਆਤੀ ਲਿਟਰੇਸੀ ਐਜੂਕੇਸ਼ਨ ਉੱਤੇ ਵੱਧ ਰਹੇ ਫੋਕਸ ਵਿੱਚ ਭੂਮਿਕਾ ਨਿਭਾਉਣ ਵਾਲੇ ਕਾਰਕਾਂ ਵਿੱਚੋਂ ਇੱਕ ਸਮਾਜ ਦੀ ਇਸ ਬਾਰੇ ਧਾਰਨਾ ਹੈ ਕਿ ਜੋ ਜ਼ਰੂਰੀ ਤੌਰ ਤੇ ਸਿਧਾਂਤਿਕ ਸਬੂਤ ਨਾਲ ਮੇਲ ਨਹੀਂ ਖਾਂਦਾ। ਭਾਰਤ ਵਿੱਚ ਅਗਰ ਛੋਟੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਕਿਵੇਂ ਸਿਖਾਉਣਾ ਹੈ ਇਸ ਬਾਰੇ ਨਾ ਤਾਂ ਕੋਈ ਚਰਚਾ ਹੈ ਨਾ ਕੋਈ ਖੋਜ ਹੈ। ਸ਼ੁਰੂਆਤੀ ਸਾਖਰਤਾ ਦੇ ਸੰਕਲਪ ਬਾਰੇ ਨਾ ਸਿਰਫ ਆਮ ਲੋਕਾਂ ਵਿੱਚ ਸਗੋਂ ਸਿੱਖਿਅਕਾਂ ਵਿੱਚ ਵੀ ਵੱਖੋ ਵੱਖਰੇ ਵਿਸ਼ਵਾਸ ਮਿਲਦੇ ਹਨ ਠੀਕ ਹੈ। ਇਹਦੇ ਵਿੱਚ ਕੁਝ ਪ੍ਰਮੁੱਖ ਕੀ ਸ਼ਾਮਲ ਹਨ ਦੇਖਦੇ ਹਾਂ ਜੀ। ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾ ਸਕਦਾ ਬਿਨਾਂ ਕਿਸੇ ਸਿਖਲਾਈ ਦੇ ਠੀਕ ਹੈ। ਇਹਨਾਂ ਨੇ ਕੀ ਕਿਹਾ ਕਿ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾ ਸਕਦਾ ਠੀਕ ਹੈ ਬਿਨਾਂ ਕਿਸੇ ਸਿਖਲਾਈ ਤੋਂ ਬਿਨਾਂ ਕਿਸੇ ਕੋਰਸ ਤੋਂ। ਬੱਚੇ ਵਰਨਮਾਲਾ ਦੇ ਅੱਖਰਾਂ ਉੱਤੇ ਪੂਰੀ ਤਰ੍ਹਾਂ ਹੁਕਮ ਦਿੱਤੇ ਬਿਨਾਂ ਪੜ੍ਹ ਅਤੇ ਲਿਖ ਨਹੀਂ ਸਕਦੇ ਠੀਕ ਹੈ। ਇਹਨਾਂ ਨੇ ਦੂਜਾ ਕਿਹਾ ਕਿ ਜਿਹੜੇ ਬੱਚੇ ਆ ਵਰਨਮਾਲਾ ਦੇ ਅੱਖਰਾਂ ਉੱਤੇ ਪੂਰੀ ਤਰ੍ਹਾਂ ਹੁਕਮ ਦਿੱਤੇ ਬਿਨਾਂ ਪੜ੍ਹ ਅਤੇ ਲਿਖ ਨਹੀਂ ਸਕਦੇ। ਤੀਜਾ ਪ੍ਰੀ ਸਕੂਲ ਅੰਗਰੇਜ਼ੀ ਲਈ ABCD ਹਿੰਦੀ ਜਾਂ ਮਰਾਠੀ ਲਈ ਵਰਨਮਾਲਾ ਅਤੇ ਮਾਤਰਸ ਆਦਿ ਵਿੱਚ ਪੂਰੀ ਵਰਨਮਾਲਾ ਨੂੰ ਸਹੀ ਢੰਗ ਨਾਲ ਸਿਖਾਉਣਾ ਜ਼ਰੂਰੀ ਹੈ ਤਾਂ ਜੋ ਬੱਚੇ ਗ੍ਰੇਡ 1 ਵਿੱਚ ਪੜ੍ਹਨ ਲਿਖਣ ਵਿੱਚ ਤੇਜ਼ੀ ਨਾਲ ਹਿੱਸਾ ਲੈ ਸਕਣ। ਬੱਚਿਆਂ ਨੂੰ ਪਹਿਲਾਂ ਪੜ੍ਹਾਉਣਾ ਸਿਖਾਉਣਾ ਚਾਹੀਦਾ ਹੈ ਫਿਰ ਲਿਖਣਾ ਪਹਿਲਾਂ ਪੜ੍ਹਨਾ ਤੇ ਠੀਕ ਹੈ ਬੱਚਿਆਂ ਨੂੰ ਪਹਿਲਾਂ ਪੜ੍ਹਨਾ ਸਿਖਾਉਣਾ ਚਾਹੀਦਾ ਹੈ ਫਿਰ ਲਿਖਣਾ। ਇੱਕ ਵਾਰ ਜਦੋਂ ਬੱਚੇ ਵਰਨਮਾਲਾ ਨੂੰ ਜਾਣਦੇ ਹਨ ਤਾਂ ਉਹ ਪੜ੍ਹੇ ਲਿਖੇ ਹੋ ਜਾਂਦੇ ਹਨ ਅਤੇ ਲਗਭਗ ਆਪਣੇ ਆਪ ਹੀ ਪੜ੍ਹਨਾ ਲਿਖਦੇ ਹਨ। ਹੁਣ ਇਹਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਜਿਹੜੇ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਹੈ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾ ਸਕਦੇ ਸਿਖਲਾਈ ਤੋਂ। ਬੱਚੇ ਵਰਨਮਾਲਾ ਦੇ ਅੱਖਰਾਂ ਉੱਤੇ ਪੂਰੀ ਤਰ੍ਹਾਂ ਹੁਕਮ ਬਿਨਾਂ ਪੜ੍ਹ ਤੇ ਲਿਖ ਨਹੀਂ ਸਕਦੇ। ਇਹਨਾਂ ਨੇ ਇਹ ਕਰਿਆ ਹਿੰਦੀ ਮਰਾਠੀ ਵਰਨਮਾਲਾ ਤੇ ਮਾਤਰ ਭਾਸ਼ਾ ਹੋਊਗਾ ਆਦਿ ਠੀਕ ਹੈ ਮਾਤਰਾ ਆਦਿ ਵਿੱਚ ਪੂਰੀ ਵਰਨਮਾਲਾ ਨੂੰ ਸਹੀ ਢੰਗ ਨਾਲ ਲਿਖਣਾ ਸਿਖਾਉਣਾ ਜ਼ਰੂਰੀ ਹੈ ਤਾਂ ਜੋ ਬੱਚੇ ਪੜ੍ਹਨ ਵਿੱਚ ਤੇਜ਼ੀ ਨਾਲ ਹਿੱਸਾ ਲੈ ਸਕਣ।
ਬੱਚਿਆਂ ਨੂੰ ਪਹਿਲਾਂ ਪੜ੍ਹਨਾ ਸਿਖਾਉਣਾ ਚਾਹੀਦਾ ਹੈ, ਫਿਰ ਲਿਖਣਾ। ਇੱਕ ਵਾਰ ਜਦੋਂ ਬੱਚੇ ਵਰਣਮਾਲਾ ਨੂੰ ਜਾਣਦੇ ਹਨ ਤਾਂ ਉਹ ਪੜ੍ਹੇ ਲਿਖੇ ਹੋ ਜਾਂਦੇ ਹਨ। ਠੀਕ ਹੈ, ਇੱਕ ਵਾਰ ਜਦੋਂ ਬੱਚੇ ਵਰਣਮਾਲਾ ਨੂੰ ਜਾਣਦੇ ਹਨ ਤਾਂ ਉਹ ਕੀ ਹੋ ਜਾਂਦੇ ਆ, ਪੜ੍ਹੇ ਲਿਖੇ ਹੋ ਜਾਂਦੇ ਆ ਅਤੇ ਲਗਭਗ ਆਪਣੇ ਆਪ ਹੀ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰ ਦਿੰਦੇ ਹਨ। ਸਮਝ ਆਇਆ ਜੀ? समझ आया? नेक्स्ट आ जाओ। ਇਹ ਸਾਰੇ ਵਿਸ਼ਵਾਸ ਜਿਹੜੇ ਇਹ ਸਾਰੇ ਵਿਸ਼ਵਾਸ ਸੀ, ਗੱਲ ਸੀ, ਠੀਕ ਹੈ, ਇਹ ਸਾਰੇ ਵਿਸ਼ਵਾਸ ਸਾਖਰਤਾ ਸਿੱਖਿਆ ਉੱਤੇ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਠੀਕ ਹੈ, ਜਿਹੜੇ ਸਾਰੇ ਵਿਸ਼ਵਾਸ ਹੈ ਲਿਟਰੇਸੀ ਐਜੂਕੇਸ਼ਨ ਉੱਤੇ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜੋ ਕਿ ਪੜ੍ਹਨ ਲਿਖਣ ਨੂੰ ਹੁਨਰ ਸਮਝਦਾ ਹੈ। ਜੋ ਕਿ ਪੜ੍ਹਨ ਲਿਖਣ ਨੂੰ ਕੀ ਸਮਝਦਾ ਹੈ? ਹੁਨਰ ਸਮਝਦਾ ਹੈ, ਭਾਵੇਂ ਕਿ ਥੋੜਾ ਗੁੰਝਲਦਾਰ ਹੈ, ਚਾਹੇ ਉਹ ਥੋੜਾ ਗੁੰਝਲਦਾਰ ਹੈ। ਇਸ ਲਈ ਇਹਨਾਂ ਹੁਨਰਾਂ ਨੂੰ ਸਿਖਾਉਣ ਦੀ ਪਹੁੰਚ ਵਿੱਚ ਹਰੇਕ ਹੁਨਰ ਨੂੰ ਛੋਟੇ ਹਿੱਸਿਆਂ ਵਿੱਚ ਵੰਡਣਾ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਸਿਖਾਉਣਾ ਸ਼ਾਮਲ ਹੈ। ਠੀਕ ਹੈ, ਨਤੀਜੇ ਵਜੋਂ ਕਲਾਸਰੂਮ ਦੀ ਆਪਸੀ ਤਾਲਮੇਲ, ਅੱਖਰਾਂ ਦੇ ਹਿੱਸੇ ਵਜੋਂ ਖੜੇ ਹੋਣ ਅਤੇ ਸੌਣ ਦੀਆਂ ਲਾਈਨਾਂ ਜਾਂ ਵਰਕਰਾਂ ਦੇ ਬਾਰ-ਬਾਰ ਅਭਿਆਸ ਜਾਂ ਵਰਣਮਾਲਾ ਦੇ ਵਿਅਕਤੀਗਤ ਅੱਖਰਾਂ ਨੂੰ ਇੱਕ ਇੱਕ ਕਰਕੇ ਸਿੱਖਣ ਵਰਗੇ ਕੰਮਾਂ ਦਾ ਦੁਆਲੇ ਘੁੰਮਦੀ ਹੈ। ਪ੍ਰੀ ਸਕੂਲਾਂ ਵਿੱਚ ਬੱਚਿਆਂ ਨੂੰ ਬਾਰ-ਬਾਰ ਕਾਪੀ ਰਾਈਟਿੰਗ ਰਾਹੀਂ ਅੱਖਰ ਜਾਂ ਨੰਬਰ ਦਾ ਅਭਿਆਸ ਕਰਦੇ ਦੇਖਣਾ ਆਮ ਗੱਲ ਹੈ। ਠੀਕ ਹੈ, ਹੁਣ ਇਹਨਾਂ ਨੇ ਕੀ ਕਿਹਾ ਕਿ ਜਿਹੜੇ ਇਹ ਸਾਰੇ ਵਿਸ਼ਵਾਸ ਹੈ ਸਾਖਰਤਾ ਸਿੱਖਿਆ ਉੱਤੇ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜੋ ਕਿ ਪੜ੍ਹਨ ਲਿਖਣ ਨੂੰ ਇੱਕ ਹੁਨਰ ਸਮਝਦੇ ਨੇ, ਚਾਹੇ ਥੋੜਾ ਗੁੰਝਲਦਾਰ ਹੈ। ਇਸ ਲਈ ਇਹਨਾਂ ਹੁਨਰਾਂ ਨੂੰ ਸਿਖਾਉਣ ਦੀ ਪਹੁੰਚ ਵਿੱਚ ਹਰੇਕ ਹੁਨਰ ਨੂੰ ਛੋਟੇ ਹਿੱਸਿਆਂ ਵਿੱਚ ਵੰਡਣਾ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਸਿੱਖਣਾ ਸ਼ਾਮਲ ਹੈ। ਨਤੀਜੇ ਵਜੋਂ ਕਲਾਸਰੂਮ ਦੀ ਆਪਸੀ ਤਾਲਮੇਲ, ਅੱਖਰਾਂ ਦੇ ਹਿੱਸੇ ਵਜੋਂ ਖੜੇ ਹੋਣ ਅਤੇ ਸੌਣ ਦੀਆਂ ਲਾਈਨਾਂ ਜਾਂ ਵਰਕਰਾਂ ਦੇ ਬਾਰ-ਬਾਰ ਅਭਿਆਸ ਜਾਂ ਵਰਣਮਾਲਾ ਦੇ ਵਿਅਕਤੀਗਤ ਅੱਖਰਾਂ ਨੂੰ ਇੱਕ ਇੱਕ ਕਰਕੇ ਸਿੱਖਣ ਵਰਗੇ ਕੰਮਾਂ ਦੇ ਦੁਆਲੇ ਘੁੰਮਦੀ ਹੈ। ਪ੍ਰੀ ਸਕੂਲਾਂ ਵਿੱਚ ਬੱਚਿਆਂ ਨੂੰ ਬਾਰ-ਬਾਰ ਕਾਪੀ ਰਾਈਟਿੰਗ ਰਾਹੀਂ ਅੱਖਰ ਜਾਂ ਨੰਬਰ ਦਾ ਅਭਿਆਸ ਕਰਦੇ ਦੇਖਣਾ ਆਮ ਗੱਲ ਹੈ। ਠੀਕ ਹੈ, ਪੜ੍ਹਨ ਦਾ ਮੁੱਖ ਉਦੇਸ਼ ਅਰਥ ਨਿਰਮਾਣ ਹੈ। ਪੜ੍ਹਨ ਦਾ ਮੁੱਖ ਉਦੇਸ਼ ਅਰਥ ਨਿਰਮਾਣ ਹੈ। ਇਹ ਪਹੁੰਚ ਪੜ੍ਹਨ ਅਤੇ ਲਿਖਣ ਦੇ ਕੁਝ ਪ੍ਰਮੁੱਖ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਜਿਹੜੀ ਇਹ ਪਹੁੰਚ ਹੈ ਨਾ, ਇਹ ਪੜ੍ਹਨ ਤੇ ਲਿਖਣ ਦੇ ਪ੍ਰਮੁੱਖ ਪਹਿਲੂਆਂ ਨੂੰ ਕੀ ਕਰਦੀ ਹੈ? ਨਜ਼ਰ ਅੰਦਾਜ਼ ਕਰਦੀ ਹੈ। ਪੜ੍ਹਨ ਦਾ ਮੁੱਖ ਉਦੇਸ਼ ਕੀ ਹੈ? ਅਰਥ ਨਿਰਮਾਣ। ਠੀਕ ਹੈ, ਅਰਥ ਨਿਰਮਾਣ ਵੀ ਆਪਾਂ ਨੂੰ ਅਰਥਾਂ ਦੀ ਉਸਾਰੀ ਰਾਹੀਂ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਪਾਠਕ ਪਾਠ ਵਿੱਚ ਪ੍ਰਗਟਾਏ ਹੋਏ ਵਿਚਾਰਾਂ ਅਤੇ ਜਾਣਕਾਰੀ ਬਾਰੇ ਆਲੋਚਨਾਤਮਕ ਤੌਰ ਉੱਤੇ ਵਿਚਾਰ ਕਰੇ। ਇਹ ਦੋਵੇਂ ਪਹਿਲੂ ਪ੍ਰਚਲਿਤ ਹੁਨਰ ਆਧਾਰਿਤ ਸਾਖਰਤਾ ਹਦਾਇਤਾਂ ਵਿੱਚ ਪੂਰੀ ਤਰ੍ਹਾਂ ਅਣਗੌਲਿਆ ਕੀਤੇ ਗਏ ਹਨ। ਠੀਕ ਹੈ, ਅਰਥ ਨਿਰਮਾਣ, ਪੜ੍ਹਨ ਦਾ ਮੁੱਖ ਉਦੇਸ਼ ਕੀ ਹੁੰਦਾ ਹੈ? ਅਰਥ ਨਿਰਮਾਣ ਕਰਨਾ, ਲੇਕਿਨ ਇਹੀ ਇਹਦੇ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਠੀਕ ਹੈ ਜੀ, ਸਮਝ ਆ ਗਿਆ? ਤਾਂ ਤੁਸੀਂ ਪਹਿਲਾਂ ਕੀ ਕਰਨਾ ਹੈ, ਦੇਖੋ ਤੁਸੀਂ ਇਹਦੇ ਬਾਰੇ NEP 2020 ਬਾਰੇ ਚੰਗੀ ਤਰ੍ਹਾਂ ਪੜ੍ਹਨਾ ਹੈ। ਕੋਈ ਵੀ ਸੋਰਸ, ਕੋਈ ਬੁੱਕ ਹੈ, ਇੰਟਰਨੈਟ ਹੈ, ਤੁਸੀਂ ਇਹਨੂੰ ਕੱਲ ਤੱਕ ਪੜ੍ਹਨਾ ਹੈ। ਠੀਕ ਹੈ, ਤਾਂ ਕਿ ਮਤਲਬ ਕੱਲ ਤੱਕ ਪੜ੍ਹਨਾ ਹੈ ਤੁਸੀਂ, ਤਾਂ ਕਿ ਆਪਾਂ ਇਸ 'ਤੇ ਇੱਕ ਡਿਬੇਟ ਵਾਂਗੂ ਕਰ ਸਕੀਏ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ, ਠੀਕ ਹੈ, ਤੁਹਾਨੂੰ ਕੀ ਸਮਝ ਆਇਆ, ਕੀ ਨਹੀਂ ਸਮਝ ਆਇਆ। ਉਹ ਤੋਂ ਬਾਅਦ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਹੋਰ ਡਿਸਕਸ਼ਨ ਕਰਾਂਗੇ। ਠੀਕ ਹੈ ਸਟੂਡੈਂਟਸ, ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ।